ਗੁੱਡ ਮਾਰਨਿੰਗ ਫਰੈਂਡਸ। ਅੱਜ ਆਪਾਂ ਡਿਸਕਸ ਕਰਾਂਗੇ ਸਾਇਲੋਗਿਜ਼ਮ ਦੇ ਨਾਲ ਰਿਲੇਟਡ ਕੁਝ ਹੋਰ ਕੁਐਸਚਨਸ। ਸੋ ਵੀਡੀਓ ਜੇਕਰ ਤੁਸੀਂ ਸਾਇਲੋਗਿਜ਼ਮ ਦੇ ਬਾਰੇ ਟੌਪਿਕ ਬਾਰੇ ਜਾਣਦੇ ਹੋ ਰੀਜ਼ਨਿੰਗ ਦੇ ਤਾਂ ਅੱਛੀ ਗੱਲ ਹੈ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਵਾਰੀ ਵਿਜ਼ਿਟ ਕਰਨਾ ਪਏਗਾ। ਸੋ ਸਾਇਲੋਗਿਜ਼ਮ ਦੇ ਟੌਪਿਕ ਬਾਰੇ ਥੋੜ੍ਹੀ ਬਹੁਤੀ ਤੁਹਾਨੂੰ ਅਗਰ ਇੰਟਰੋਡਕਸ਼ਨ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਕੰਟੀਨਿਊ ਕਰ ਸਕਦੇ ਹੋ। ਸੋ ਕੁਐਸਚਨ ਨੰਬਰ 280 ਤੋਂ ਸਟਾਰਟ ਕਰਾਂਗੇ। ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਕਾਫੀ ਕੁਐਸਚਨਸ ਡਿਸਕਸ ਕੀਤੇ ਸੀ 7 to 8 ਐਂਡ ਪੋਸੀਬਿਲਿਟੀ ਦੇ ਕੇਸ ਆਪਾਂ ਡਿਸਕਸ ਕਰ ਰਹੇ ਸੀਗੇ। ਸੋ ਗੱਲ ਕਰਦੇ ਹਾਂ 280 ਤੋਂ ਅੱਗੇ ਸਟਾਰਟ ਕਰਦੇ ਹਾਂ। ਸਟੇਟਮੈਂਟ ਦੇ ਵਿੱਚ ਕੀ ਕਹਿ ਰਿਹਾ, ਆਲ ਐਨੀਮਲਸ ਆਰ ਕੈਟਸ, ਜਿੰਨੇ ਵੀ ਐਨੀਮਲਸ ਨੇ ਉਹ ਕੈਟ ਨੇ। ਸਮ ਕੈਟਸ ਆਰ ਲਾਇਨ, ਨੋ ਟਾਈਗਰ ਇਜ਼ ਕੈਟ। ਸੋ ਸਟਾਰਟ ਕਰਦੇ ਹਾਂ ਇਸ ਦਾ ਵੈਨ ਡਾਇਗਰਾਮ। ਸਭ ਤੋਂ ਪਹਿਲਾਂ ਵੈਨ ਡਾਇਗਰਾਮ ਜ਼ਰੂਰੀ ਹੁੰਦਾ ਹੈ ਪੇਪਰ ਦੇ ਵਿੱਚ, ਤਾਂ ਵੈਨ ਡਾਇਗਰਾਮ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕਹਿ ਰਿਹਾ ਹੈ ਆਲ ਐਨੀਮਲਸ ਆਰ ਕੈਟਸ। ਸੋ ਇਹ ਆਪਣਾ ਐਨੀਮਲਸ ਹੋ ਗਏ ਸਭ ਤੋਂ ਅੰਦਰ। ਉਸ ਤੋਂ ਬਾਹਰ ਆਪਾਂ ਇੱਕ ਕੈਟਸ ਦਾ ਸਰਕਲ ਬਣਾਉਂਦੇ ਹਾਂ, ਦੀਜ਼ ਆਰ ਕੈਟਸ। ਸਮ ਆਲ ਐਨੀਮਲਸ ਆਰ ਕੈਟਸ, ਠੀਕ ਹੈ ਜੀ। ਸਮ ਕੈਟਸ ਆਰ ਲਾਇਨ, ਸੋ ਕੁਛ ਕੈਟਸ ਜੋ ਹੈ ਉਹ ਦੈਟ ਕੈਨ ਬੀ ਲਾਇਨ। ਨੋ ਟਾਈਗਰ ਇਜ਼ ਕੈਟ, ਤਾਂ ਇੱਕ ਟਾਈਗਰ ਦਾ ਸਰਕਲ ਵੀ ਬਣਾਉਣਾ ਪਏਗਾ। ਸੋ ਦਿਸ ਵਿਲ ਬੀ ਦਾ ਟਾਈਗਰ ਐਂਡ ਨੋ ਟਾਈਗਰ ਇਜ਼ ਕੈਟ। ਸੋ ਟਾਈਗਰ ਐਂਡ ਕੈਟ ਦੇ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਗਿਵਨ ਹੈ। ਇੱਥੋਂ ਇਹ ਕਹਿ ਸਕਦੇ ਹਾਂ ਕਿ ਟਾਈਗਰ ਐਂਡ ਕੈਟ ਦੇ ਵਿੱਚ ਕੋਈ ਰਿਲੇਸ਼ਨ ਗਿਵਨ ਨਹੀਂ ਹੈ। ਸੋ ਮੈਂ ਇੱਥੇ ਥੋੜ੍ਹਾ ਜਿਹਾ ਮਾਰਕਿੰਗ ਕਰ ਲੈਂਦਾ ਹੈ ਜੀ। ਦਿਸ ਇਜ਼ ਟਾਈਗਰ, ਇਹ ਟਾਈਗਰ ਹੈ ਆਪਣੇ ਕੋਲ। ਅੰਦਰ ਵਾਲਾ ਸਰਕਲ ਬਿਲਕੁਲ ਅੰਦਰ ਵਾਲਾ ਐਨੀਮਲਸ ਦਾ ਹੈ। ਉਸ ਤੋਂ ਬਾਹਰ ਦਾ ਸਰਕਲ ਕੈਟਸ ਦਾ ਹੈ ਐਂਡ ਇਹ ਵਾਲਾ ਸਰਕਲ ਆਪਣਾ ਲਾਇਨਸ ਦਾ ਹੈ। ਸੋ ਦਿਸ ਇਜ਼ ਦਾ ਪਰਟੀਕੂਲਰ ਵੈਨ ਡਾਇਗਰਾਮ। ਅਗਰ ਵੈਨ ਡਾਇਗਰਾਮ ਦੀ ਗੱਲ ਕਰਾਂਗੇ ਤਾਂ ਇਹ ਬਣੇਗਾ। ਅੱਗੇ ਕਹਿ ਰਿਹਾ ਨੋ ਐਨੀਮਲ ਇਜ਼ ਟਾਈਗਰ। ਦੇਖੋ ਸਿੰਪਲ ਜੀ ਗੱਲ ਹੈ ਕਿ ਅਗਰ ਇੱਥੋਂ ਧਿਆਨ ਦੇ ਨਾਲ ਦੇਖੋ ਕੀ ਕਹਿ ਰਿਹਾ ਹੈ। ਦੇਖੋ ਇਹ ਸਾਰੀਆਂ ਕੈਟਸ ਜੋ ਹੈ ਦੀਜ਼ ਆਰ ਐਨੀਮਲ। ਸੋ ਇੱਥੋਂ ਜਿੰਨੀਆਂ ਵੀ ਕੈਟਸ ਨੇ ਮਤਲਬ ਜਿੰਨੇ ਵੀ ਐਨੀਮਲਸ ਨੇ ਦੇ ਆਲ ਆਰ ਕੈਟ। ਤਾਂ ਅਗਰ ਇੱਥੇ 100 ਐਨੀਮਲਸ ਨੇ ਤਾਂ 100 ਦੇ 100 ਕੀ ਨੇ, ਕੈਟ ਨੇ। ਸੋ ਐਂਡ ਕੋਈ ਵੀ ਕੈਟ ਜੋ ਹੈ ਉਹ ਟਾਈਗਰ ਨਹੀਂ ਹੈ। ਡੈਟ ਮੀਨਸ ਜਿੰਨੇ ਵੀ ਇੱਥੇ ਐਨੀਮਲਸ ਅੰਦਰ ਆਉਣਗੇ, ਜਿੰਨੇ ਵੀ ਐਨੀਮਲਸ ਇਸ ਸਰਕਲ ਦੇ ਅੰਦਰ ਆਉਣਗੇ ਉਹ ਸਾਰੇ ਕੀ ਹੋਣਗੇ, ਦੇ ਵਿਲ ਬੀ ਨੋਟ ਟਾਈਗਰ। ਉਹ ਟਾਈਗਰ ਨਹੀਂ ਹੋਣਗੇ ਕਿਉਂਕਿ ਉਹ ਕੈਟ ਹੋਣਗੇ ਐਂਡ ਕੋਈ ਵੀ ਕੈਟ ਟਾਈਗਰ ਨਹੀਂ ਹੋਏਗੀ। ਡੈਟ ਮੀਨਸ ਨੋ ਐਨੀਮਲ ਇਜ਼ ਟਾਈਗਰ। ਪਹਿਲੀ ਸਟੇਟਮੈਂਟ ਤੁਹਾਡੀ ਸਹੀ ਹੋ ਜਾਏਗੀ। ਦੂਸਰੀ ਗੱਲ ਕਰਦੇ ਹਾਂ। ਦੇਖੋ ਕਹਿ ਰਹੇ ਸਮ ਟਾਈਗਰਸ ਆਰ ਐਨੀਮਲ। ਜਦੋਂ ਸਾਰੇ ਦੇ ਸਾਰੇ ਐਨੀਮਲ ਕੈਟ ਨੇ, ਵੈਨ ਹੀ ਇਜ਼ ਸੇਇੰਗ ਆਲ ਐਨੀਮਲਸ ਆਰ ਕੈਟ, ਜਦੋਂ ਉਹਨੇ ਕਹਿ ਦਿੱਤਾ ਕਿ ਸਾਰੇ ਦੇ ਸਾਰੇ ਐਨੀਮਲਸ ਜੋ ਨੇ ਉਹ ਕੈਟ ਨੇ, ਦੈਟ ਮੀਨਸ ਅਗਰ ਐਨੀਮਲਸ 100 ਨੇ ਤਾਂ ਮੰਨ ਲਓ 100 ਕੈਟਸ ਨੇ ਤਾਂ 100 ਦੇ 100 ਐਨੀਮਲਸ 100 ਕੈਟਸ ਦੇ ਇਕੁਅਲ ਹੈ। ਸਿੰਪਲ ਵਰਡ ਦੇ ਵਿੱਚ ਇਹ ਸਮਝ ਲਓ ਕਿ ਜਿੰਨੇ ਵੀ ਐਨੀਮਲਸ ਨੇ ਉਹ ਕੈਟਸ ਨੇ। ਤਾਂ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਸਮ ਟਾਈਗਰਸ ਆਰ ਐਨੀਮਲ। ਤਾਂ ਟਾਈਗਰ ਔਰ ਕੁਛ ਟਾਈਗਰ ਐਨੀਮਲ ਹੋ ਹੀ ਨਹੀਂ ਸਕਦੇ ਕਿਉਂਕਿ ਐਨੀਮਲ ਸਾਰੇ ਕੈਟ ਨੇ ਅਤੇ ਕੈਟ ਕੋਈ ਵੀ ਐਨੀਮਲ ਨਹੀਂ ਹੈ। ਸੋ ਸਟੇਟਮੈਂਟ 1 ਜਿਹੜੀ ਹੈ ਉਹ ਫੋਲੋ ਹੋਏਗੀ, ਸਟੇਟਮੈਂਟ 2 ਫੋਲੋ ਨਹੀਂ ਹੋਏਗੀ। ਇਸ ਕੁਐਸਚਨ ਦਾ ਆਨਸਰ ਆਪਸ਼ਨ ਨੰਬਰ A ਬਣ ਜਾਏਗਾ, ਓਨਲੀ ਸਟੇਟਮੈਂਟ 1 ਫੋਲੋਜ਼। ਗੱਲ ਕਰਦੇ ਹਾਂ ਕੁਐਸਚਨ ਨੰਬਰ 282 ਐਂਡ 3 ਦੀ। ਇੱਕ ਵਾਰੀ ਕੁਐਸਚਨ ਨੰਬਰ 280 ਨੂੰ ਕਲੀਅਰ ਕਰ ਲਓ। ਕਿਤੇ ਵੀ ਡਾਊਟ ਕੋਈ ਲੱਗਦਾ ਹੈ ਤਾਂ ਤੁਸੀਂ ਜ਼ਰੂਰ ਪੁੱਛਣਾ ਹੈ। ਵੈਨ ਡਾਇਗਰਾਮ ਕਿਵੇਂ ਬਣਨੇ ਨੇ ਇਸ ਦੇ ਬਾਰੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਸਾਇਲੋਗਿਜ਼ਮ ਬਾਰੇ ਸਿੱਖਣਾ ਪਏਗਾ ਜੇਕਰ ਤੁਹਾਨੂੰ ਨਹੀਂ ਪਤਾ। ਜੇਕਰ ਪਤਾ ਹੈ ਤਾਂ ਅੱਛੀ ਗੱਲ ਹੈ। ਸੋ ਗੱਲ ਕਰਦੇ ਹਾਂ ਕੁਐਸਚਨ ਨੰਬਰ 280 ਦੀ। 280 ਦੇ ਦੋ ਪਾਰਟਸ ਨੇ ਜੀ। 281 ਹੋਏਗਾ ਇਹ, ਠੀਕ ਹੈ ਜੀ। 281 ਥੋੜ੍ਹਾ ਜਿਹਾ ਬਲਰਡ ਕੁਐਸਚਨ ਜ਼ਰੂਰ ਹੈ, ਇਸ ਕਰਕੇ ਮੈਂ ਕੁਐਸਚਨ ਨੰਬਰ 282 'ਤੇ ਚੱਲਦਾ ਹਾਂ, ਕੋਈ ਗੱਲ ਨਹੀਂ। ਸੋ ਕੁਐਸਚਨ ਨੰਬਰ 282 'ਤੇ ਚੱਲਦੇ ਹਾਂ ਜੇ ਇਸਨੂੰ ਸੋਲਵ ਕਰਨਾ ਸਟਾਰਟ ਕਰਦੇ ਹਾਂ। ਸੋ ਕੁਐਸਚਨ ਨੰਬਰ 282 ਆਪਾਂ ਨੂੰ ਕਹਿ ਰਿਹਾ ਏ, ਇੱਥੋਂ ਇਸ ਦਾ ਵੈਨ ਡਾਇਗਰਾਮ ਨੀਚੇ ਬਣਾ ਲਾਂਗੇ ਆਪਾਂ। ਸੋ ਕਹਿ ਰਿਹਾ ਏ all coals are diamonds, all diamonds are graphite, no graphite is carbon। ਸੋ ਕਾਰਬਨ, ਡਾਇਮੰਡ, ਕੋਲ ਇੱਦਾਂ ਕੁਛ ਆਪਾਂ ਨੂੰ ਗਿਵਨ ਹੈ। ਜਦੋਂ ਤੱਕ ਆਪਾਂ ਇਸ ਦਾ ਵੈਨ ਡਾਇਗਰਾਮ ਨਹੀਂ ਬਣਾਵਾਂਗੇ ਆਪਾਂ ਨੂੰ ਕੁਛ ਕਲੀਅਰ ਨਹੀਂ ਹੋਏਗਾ। ਸੋ ਵੈਨ ਡਾਇਗਰਾਮ ਬਣਾਉਂਦੇ ਹਾਂ ਜੀ। ਸਭ ਤੋਂ ਪਹਿਲਾਂ ਇੱਥੋਂ ਬਣ ਗਏ ਜੀ ਆਪਣੇ ਕੋਲ, ਇੱਥੋਂ ਇੱਕ ਸਰਕਲ ਬਣਾ ਲਿਆ ਆਪਾਂ, ਕੋਲ ਦਾ ਬਣਾ ਲੈਂਦੇ ਹਾਂ, ਠੀਕ ਹੈ ਜੀ। ਸਭ ਤੋਂ ਪਹਿਲਾਂ ਆਲ ਕੋਲਸ ਆਰ ਡਾਇਮੰਡ। ਸੋ ਇਸ ਦੇ ਬਾਹਰ ਡਾਇਮੰਡ ਆ ਜਾਏਗਾ। ਇਹ ਮੰਨ ਲਓ ਆਪਾਂ ਡਾਇਮੰਡ ਬਣਾ ਲਿਆ ਜੀ,
ठीक है जी। ऑल कोल आर डायमंड, ऑल डायमंड आर ग्रेफाइट। तो थोड़ा जिहा सर्कल अपना चेंज करना पेगा, इत्थों ले आने इत्थे। तो इस तो बाद कह रहा है पहला कोल हो गए अंदर, डायमंड हो गए, ऑल डायमंड आर ग्रेफाइट। तो एक ग्रेफाइट का सर्कल भी बनाना पएगा। ये आ गया जी अपना ग्रेफाइट का। तो अगे कह रहा है इत्थे एक कार्बन है, लैफ्ट साइड से कार्बन ले लेने। चलो कार्बन का कलर चेंज करते हैं, पहला भी ये कलर ले चुके हैं आप। सो इत्थे लैफ्ट साइड से अपने को एक कार्बन हो गया। तो कार्बन तो ग्रेफाइट के, कार्बन तो ग्रेफाइट के कोई रिलेशन नहीं है। मैं एक बार मार्किंग करदा जी। कह रहा है ऑल कोल आर डायमंड, तो अंदर वाला सर्कल किसका हो गया, बिल्कुल अंदर वाला कोल का। बाहर वाला हो गया जी उस तो बाहर डायमंड, तो उस तो बाहर ऑल डायमंड आर ग्रेफाइट। सो ग्रेफाइट का सर्कल सब तो आउट वाला, ठीक है जी। इस तो बाद कह रहा नो ग्रेफाइट इज कार्बन, तो ये आ गया जी अपना कार्बन। अच्छा 2 C हो गए, हुण इत्थे लिख लैने COAL, तो कोल लिख लिया मैं, ठीक है, ताकि मैनू प्रॉब्लम ना आए। सो कोल मैं इत्थे लिख लिया, इत्थे आ गया मेरा CAR कार्बन। सो CAR मीनस कार्बन। सो तुसीं याद रखना है कि ये कार्बन है, इस साइड कोल है। सो गल करते हैं अगे। अगे की है, इत्थों एक एरो दिता होया आपां नूं, ते कार्बन ते ग्रेफाइट दे विच कोई भी रिलेशन नहीं है। ये कार्बन है तो ये ग्रेफाइट है, इन्हां दोनों दे विच कोई रिलेशन नहीं है। मीनस इन्हां दोनों का नो ग्रेफाइट इज कार्बन, मतलब कार्बन और ग्रेफाइट दे विच कोई रिलेशन नहीं है। मतलब इन्हां दे जो कोई भी ग्रेफाइट कार्बन नहीं हो सकता, कोई भी कार्बन ग्रेफाइट नहीं हो सकता। गल करते हैं कनकलूजनस की। सो ये बन जाएगा क्वेश्चन नंबर 282, ये बन जाएगा 283। पहला 282 की गल करते हैं। की कह रहा है, कह रहा है नो कोल इज कार्बन। देखो कोल कित्थे है, कोल सारा अंदर है, सारे का सारा कोल डायमंड है, एंड सारे का सारा डायमंड ग्रेफाइट है। दैट मीनस इनडायरैक्टली आप ये कह सकते हैं कि जिन्ना भी कोल इत्थे है दैट इज़ ग्रेफाइट, जिन्ना भी इत्थे कोल है दैट इज़ ग्रेफाइट। एंड कोई भी ग्रेफाइट कार्बन नहीं है, कोई भी ग्रेफाइट कार्बन नहीं है। दैट मीन्स पहली स्टेटमेंट सही हो जाएगी, नो कोल इज कार्बन। कोल, कोई भी कोल कार्बन नहीं होएगा। नैक्सट गल करते हैं। अगला है नो डायमंड इज कार्बन, तो ये भी बिल्कुल सही है। देखो जिन्ने भी डायमंड ने वो सारे की ने, ग्रेफाइट ने। ये वाला सर्कल रिप्रजेंट कर रहा डायमंड नूं, एंड ये सारा किसते इक्वल है, ग्रेफाइट दे। एंड ग्रेफाइट फिर को कार्बन के नाल कोई लिंक नहीं है। दैट मीनस नो डायमंड इज कार्बन भी थोड़ा सही हो जाएगा। बोथ 1 and 2 विल फॉलो फॉर क्वेश्चन नंबर 282। तो इस क्वेश्चन का आंसर बन जाएगा ऑप्शन नंबर ई, बोथ 1 and 2 फॉलोज। क्वेश्चन नंबर 282 की गल कर रहे हैं इस क्वेश्चन की। हुण गल करते हैं नैक्सट क्वेश्चन की। नैक्सट की है 283। डायग्राम यही चलेगा जी, क्योंकि ये 2 क्वेश्चन के लिए इंस्ट्रक्शनस दित्तियां हुई सी आपां नूं। सो अगला देखते हैं, अगला की कह रहा है। कहता ऑल ग्रेफाइट आर डायमंड। देखो जो भी आपां अंदर तो बाहर नूं जाना है तो उदों तां ठीक है, बट इत्थों ग्रेफाइट ते डायमंड, जिद्दां इन्हें कहता कि ऑल ग्रेफाइट आर डायमंड, फिर तुसीं अंदर नूं आ रहे हो, फिर ये स्टेटमेंट जिहड़ी हुंदा है, ये कनकलूजन हुंदा है, गलत हो जाता है। ਜਦੋਂ ਤੁਸੀਂ ਅੰਦਰ ਤੋਂ ਬਾਹਰ ਨੂੰ ਜਾਣਾ ਹੈ ਉਦੋਂ ਇਹ ਸਹੀ ਹੋ ਜਾਂਦਾ ਹੈ। ਸੋ ਆਲ ਗ੍ਰੇਫਾਈਟ ਆਰ ਡਾਇਮੰਡ। ਦੇਖੋ ਡਾਇਮੰਡ ਦਾ ਸਰਕਲ ਛੋਟਾ ਹੈ, ਗ੍ਰੇਫਾਈਟ ਦਾ ਉਸ ਤੋਂ ਵੱਡਾ ਬਣਾਇਆ ਹੈ ਆਪਾਂ ਵੈਨ ਡਾਇਗਰਾਮ ਦੇ ਵਿੱਚ, ਕਾਮਨ ਵੈਨ ਡਾਇਗਰਾਮ ਦੇ ਵਿੱਚ। ਸੋ ਗ੍ਰੇਫਾਈਟ ਜਿਹੜੇ ਨੇ ਸਾਰੇ ਦੇ ਸਾਰੇ ਗ੍ਰੇਫਾਈਟ ਡਾਇਮੰਡ ਨਹੀਂ ਹੋ ਸਕਦੇ। ਸੋ ਇਸ ਬਾਰੇ ਕੋਈ ਐਗਜ਼ੈਕਟ ਆਈਡੀਆ ਨਹੀਂ ਹੈ ਆਪਾਂ ਨੂੰ, ਸੋ ਇਸ ਨੂੰ ਕ੍ਰੋਸ ਕਰ ਦਾਂਗੇ। ਆਲ ਕੋਲ ਆਰ ਗ੍ਰੇਫਾਈਟ। ਦੇਖੋ ਆਲ ਕੋਲ ਤਾਂ ਸਾਰੇ ਦਾ ਸਾਰਾ ਕੋਲ ਕਹਿ ਰਿਹਾ ਹੈ ਗ੍ਰੇਫਾਈਟ ਹੈ, ਤਾਂ ਇਹ ਤਾਂ ਆਪਾਂ ਨੂੰ ਵੈਨ ਡਾਇਗਰਾਮ ਤੋਂ ਦਿਖ ਹੀ ਰਿਹਾ ਹੈ। ਦੈਟ ਮੀਨਸ ਇਸ ਦੇ ਵਿੱਚ ਇਹ ਵਾਲੀ ਸਟੇਟਮੈਂਟ ਸੈਕਿੰਡ ਫੋਲੋ ਕਰੇਗੀ। ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ ਬੀ, ਸੈਕਿੰਡ ਫੋਲੋ। ਓਨਲੀ ਕਨਕਲੂਜਨ ਸੈਕਿੰਡ ਵਿਲ ਫੋਲੋ। ਤਾਂ ਇਸ ਤਰੀਕੇ ਨਾਲ ਕੁਐਸਚਨ ਨੰਬਰ 282 ਐਂਡ ਕੁਐਸਚਨ ਨੰਬਰ 283 ਸੋਲਵ ਹੋ ਜਾਂਦੇ ਨੇ। ਇਸ ਦਾ ਆਨਸਰ ਬੀ ਆਏਗਾ। ਨੈਕਸਟ ਕੁਐਸਚਨ ਵੱਲ ਅਪਰੋਚ ਕਰਦੇ ਹਾਂ, ਕੁਐਸਚਨ ਨੰਬਰ 284। ਸੋ ਕੁਐਸਚਨ ਨੰਬਰ 284 ਤੁਹਾਡੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਹੈ। ਸੋ ਕੰਟੀਨਿਊ ਕਰਦੇ ਹਾਂ ਜੀ ਕੁਐਸਚਨ ਨੰਬਰ 284। ਮੈਂ ਬੋਰਡ ਰੇਜ਼ ਕਰ ਦਿੰਦਾ ਇੱਥੋਂ। ਸੋ ਨੈਕਸਟ ਹੈ ਸਮ ਫਰੂਟਸ ਆਰ ਪਲਾਂਟਸ। ਕਹਿ ਰਿਹਾ ਹੈ ਕੁਛ ਫਰੂਟਸ ਜਿਹੜੇ ਨੇ
ਉਹ ਪਲਾਂਟਸ ਨੇ। तो ਇੱਥੋਂ ਇੱਕ ਡਾਇਗਰਾਮ ਬਣਾਉਣਾ ਨਾਲ ਨਾਲ ਸਟਾਰਟ ਕਰ ਦਿੰਦੇ ਆ। ਕਹਿ ਰਿਹਾ ਹੈ ਸਮ ਫਰੂਟਸ ਆਰ ਪਲਾਂਟਸ। ਕੁਛ ਫਰੂਟਸ ਜਿਹੜੇ ਸੀ ਉਹ ਪਲਾਂਟਸ ਹੋ ਗਏ ਇੱਥੋਂ, ਠੀਕ ਹੈ ਜੀ। नो plant is tree, no plant is tree, no flower is fruit। ਚਲੋ ਪਹਿਲਾਂ ਇੱਥੋਂ ਮਾਰਕਿੰਗ ਕਰ ਲਈਏ ਨਾਲ ਨਾਲ। ਸਮ ਫਰੂਟਸ ਆਰ ਪਲਾਂਟਸ, ਸੋ ਇਹ ਹੋ ਗਿਆ ਜੀ ਆਪਣਾ ਫਰੂਟ ਦਾ ਹੋ ਗਿਆ ਸਰਕਲ। ਸਮ ਫਰੂਟਸ ਆਰ ਪਲਾਂਟਸ, ਸੋ ਇਹ ਆਪਣਾ ਪਲਾਂਟਸ ਹੋ ਗਏ। नो ਪਲਾਂਟ ਇਜ਼ ਟਰੀ, ਤਾਂ ਆਪਾਂ ਨੂੰ ਇੱਕ ਟਰੀ ਦਾ ਸਰਕਲ ਬਣਾਉਣਾ ਪਏਗਾ। ਇੱਥੇ ਕਿਤੇ ਬਣਾ ਲੈਂਦੇ ਹਾਂ ਮੰਨ ਲਓ। नो ਫਲਾਵਰ ਇਜ਼ ਫਰੂਟ। ਓਕੇ ਓਕੇ, ਇੱਥੋਂ ਥੋੜ੍ਹਾ ਜਿਹਾ ਇਹ ਵੀ ਲਿਖਣਾ ਪਏਗਾ, 1 ਮਿੰਟ। ਇੱਥੋਂ ਇਹਨੂੰ ਲਿਖਦੇ ਹਾਂ ਫਰੂਟ, FR। 1 ਮਿੰਟ ਵੇਟ ਕਰੋ। ਇਸ ਨੂੰ ਲਿਖਦੇ ਹਾਂ FR ਮੀਨਸ ਫਰੂਟ। ਐਂਡ ਇੱਕ ਫਲਾਵਰ ਦਾ ਸਰਕਲ ਵੀ ਬਣਾਉਣਾ ਪਏਗਾ ਅਤੇ ਇੱਕ ਟਰੀ ਦਾ ਵੀ ਬਣਾਉਣਾ ਪਏਗਾ। ਸੋ 2 ਸਰਕਲਸ ਬਣਾਉਣੇ ਪੈਣਗੇ ਹਜੇ ਆਪਾਂ ਨੂੰ। ਸੋ ਇੱਥੋਂ ਬਣਾ ਲੈਂਦੇ ਹਾਂ ਇੱਕ नो ਪਲਾਂਟ ਇਜ਼ ਟਰੀ, ਤਾਂ ਇੱਥੇ ਇੱਕ ਸਰਕਲ ਬਣਾ ਲਿਆ, ਠੀਕ ਹੈ। ਫਰੂਟ ਵਾਲੀ ਸਾਈਡ ਵੀ ਇੱਕ ਸਰਕਲ ਬਣਾ ਲਿਆ, ਠੀਕ ਹੈ ਜੀ। ਸੋ ਇੱਥੋਂ ਇਹ ਸਰਕਲ ਰਿਪਰਜੈਂਟ ਕੀ ਕਰ ਰਹੇ ਆ ਹੁਣ ਇਹ ਦੇਖਣਾ ਹੈ। ਦਿਸ ਸਰਕਲ ਇਜ਼ ਰਿਪਰਜੈਂਟਿੰਗ ਟਰੀ ਐਂਡ ਪਲਾਂਟ ਅਤੇ ਟਰੀ ਦੇ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਹੈ। ਪਲਾਂਟ ਅਤੇ ਟਰੀ ਦੇ ਵਿੱਚ ਕੋਈ ਵੀ ਰਿਲੇਸ਼ਨ ਨਹੀਂ ਹੈ। ਇਨ ਦਾ ਸੇਮ ਵੇ ਇੱਥੇ ਆਪਾਂ ਲਿਖ ਲੈਂਦੇ ਹਾਂ ਫਲਾਵਰ। ਫਲਾਵਰ ਨੂੰ ਮੈਂ ਲਿਖ ਰਿਹਾ FLW ਜਾਂ ਚਲੋ FLW ਲਿਖ ਲਿਆ, ਠੀਕ ਹੈ। ਸੋ ਦਿਸ ਇਜ਼ ਫਲਾਵਰ। ਹੁਣ ਫਲਾਵਰ ਦਾ ਕੀ ਹੈ, ਦੇਖੋ ਫਲਾਵਰ ਦਾ ਕਹਿ ਰਿਹਾ ਹੈ नो ਫਲਾਵਰ ਇਜ਼ ਫਰੂਟ, ਤਾਂ ਫਲਾਵਰ ਅਤੇ ਫਰੂਟ ਦਾ ਵੀ ਕੋਈ ਰਿਲੇਸ਼ਨ ਨਹੀਂ ਹੈ, ਮਤਲਬ ਇੱਕ ਦੂਸਰੇ ਦੇ ਓਪੋਜ਼ਿਟ ਨੇ ਫਲਾਵਰ ਅਤੇ ਫਰੂਟ ਵੀ, ਠੀਕ ਹੈ ਜੀ। ਕਨਕਲੂਜ਼ਨ ਦੇਖੋ ਕੀ ਹੈ ਹੁਣ। ਕਨਕਲੂਜ਼ਨ ਉਹਨੇ ਦਿੱਤੇ ਹੋਏ ਨੇ 2। ਪਹਿਲਾਂ ਤਾਂ ਸਟੇਟਮੈਂਟ ਨੂੰ ਰੀਡ ਕਰ ਲਓ ਇੱਕ ਵਾਰੀ ਦੁਬਾਰਾ, ਮੈਂ ਡਾਇਗਰਾਮ ਥੋੜ੍ਹਾ ਜਿਹਾ ਖੁਦ ਹੀ ਬਣਾ ਤਾ। ਸਮ ਫਰੂਟਸ ਆਰ ਪਲਾਂਟਸ, ਤਾਂ ਕੁਛ ਫਰੂਟਸ ਜਿਹੜੇ ਨੇ ਉਹ ਪਲਾਂਟਸ ਨੇ, ਸਿੰਪਲ ਵੈਨ ਡਾਇਗਰਾਮ। ਉਸ ਤੋਂ ਬਾਅਦ ਕਹਿ ਰਿਹਾ नो ਪਲਾਂਟ ਇਜ਼ ਟਰੀ, ਤਾਂ ਇੱਕ ਆਪਾਂ ਟਰੀ ਦਾ ਸਰਕਲ ਬਣਾਇਆ ਅਤੇ ਟਰੀ ਅਤੇ ਪਲਾਂਟ ਦੇ ਵਿੱਚ ਕ੍ਰੋਸ ਲਗਾ ਦਿੱਤਾ। नो ਫਲਾਵਰ ਇਜ਼ ਫਰੂਟ, ਤਾਂ ਕੋਈ ਵੀ ਫਲਾਵਰ ਜਿਹੜਾ ਹੈ ਇਸ ਸਾਈਡ ਫਲਾਵਰ ਹੋ ਗਿਆ ਇਹ FLW। ਸੋ नो ਫਲਾਵਰ ਇਜ਼ ਫਰੂਟ, ਤਾਂ ਕੋਈ ਵੀ ਫਲਾਵਰ ਜਿਹੜਾ ਹੈ ਉਹ ਫਰੂਟ ਨਹੀਂ ਹੈ, ਤਾਂ ਇਸ ਦੇ ਵਿੱਚ ਵੀ ਕ੍ਰੋਸ ਆ ਗਿਆ। ਅੱਗੇ ਕਨਕਲੂਜ਼ਨ ਦੇਖੋ ਕੀ ਹੈ, ਕਹਿ ਰਿਹਾ ਹੈ ਆਲ ਫਰੂਟਸ ਕੈਨ ਨੈਵਰ ਬੀ ਟਰੀਜ਼। ਕਹਿੰਦਾ ਜਿੰਨੇ ਵੀ ਫਰੂਟਸ ਨੇ ਉਹ ਟਰੀ ਨਹੀਂ ਹੋ ਸਕਦੇ। ਹਾਂਜੀ ਬਿਲਕੁਲ ਸਹੀ। ਦੇਖੋ ਕਿਉਂਕਿ ਕੁਛ ਫਰੂਟਸ ਇੱਥੋਂ ਕੀ ਹੈ, ਅਗਰ ਤੁਸੀਂ ਦੇਖੋਗੇ ਕੁਛ ਫਰੂਟਸ ਕੀ ਨੇ, ਪਲਾਂਟਸ ਨੇ। ਇੱਥੋਂ ਦੇਖੋ ਕੁਛ ਫਰੂਟਸ ਕੀ ਨੇ, ਇਹ ਕਿਹੜਾ ਕਾਮਨ ਪੋਰਸ਼ਨ ਹੈ, ਜਿਹੜਾ ਕਾਮਨ ਪੋਰਸ਼ਨ ਹੈ ਇਸ ਦੇ ਵਿੱਚ ਜਿਹੜੇ ਫਰੂਟਸ ਨੇ ਦੈਟ ਆਰ ਪਲਾਂਟਸ। ਤਾਂ ਜਿਹੜੇ ਇਹ ਪਲਾਂਟਸ ਨੇ ਦੇ ਕੈਨ ਨੋਟ ਬੀ ਟਰੀਜ਼। ਜਿਹੜੇ ਇਹ ਫਰੂਟਸ ਮਤਲਬ ਕਾਮਨ ਪੋਰਸ਼ਨ ਹੈ ਫਰੂਟ ਅਤੇ ਪਲਾਂਟ ਦਾ, ਦਿਸ ਕੈਨ ਨੋਟ ਬੀ ਇਕੁਅਲ ਟੂ ਟਰੀ, ਇਹਨੂੰ ਟਰੀ ਦੇ ਇਕੁਅਲ ਨਹੀਂ ਕਰ ਸਕਦੇ। ਤਾਂ ਕੁਛ ਫਰੂਟਸ ਇਸ ਤਰ੍ਹਾਂ ਦੇ ਨੇ ਜਿਹੜੇ ਪਲਾਂਟਸ ਨੇ ਐਂਡ ਕੁਛ ਪਲਾਂਟਸ ਤਾਂ ਕੋਈ ਵੀ ਉਹਨੇ ਲਿਖਿਆ ਹੀ ਆ ਕਿ नो ਪਲਾਂਟ ਇਜ਼ ਟਰੀ, ਤਾਂ ਦੈਟ ਮੀਨਸ ਜਿਹੜੇ ਫਰੂਟ ਇੱਥੋਂ ਪਲਾਂਟਸ ਬਣਨਗੇ ਉਹ ਕਦੀ ਵੀ ਟਰੀ ਨਹੀਂ ਹੋ ਸਕਦੇ। ਸੋ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਬਣ ਜਾਂਦੀ ਹੈ ਕਿ ਸਾਰੇ ਦੇ ਸਾਰੇ ਫਰੂਟਸ ਕਦੀ ਵੀ ਟਰੀ ਦੇ ਇਕੁਅਲ ਨਹੀਂ ਹੋ ਸਕਦੇ, ਜਾਂ ਸਾਰੇ ਦੇ ਸਾਰੇ ਟਰੀਜ਼ ਫਰੂਟ ਨਹੀਂ ਸਾਰੇ ਦੇ ਸਾਰੇ ਫਰੂਟਸ ਟਰੀ ਨਹੀਂ ਹੋ ਸਕਦੇ। ਸੋ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੋ ਜਾਏਗੀ। ਦੂਸਰੀ ਗੱਲ ਕਰਦੇ ਹਾਂ, ਕਹਿ ਰਿਹਾ ਸਮ ਫਲਾਵਰਸ ਆਰ ਪਲਾਂਟਸ। ਸੋ ਦੇਖੋ ਫਲਾਵਰ ਜੋ ਹੈ ਆਪਣੇ ਕੋਲ ਇਸ ਸਾਈਡ ਹੈ। ਸੋ ਸਮ ਫਲਾਵਰਸ ਆਰ ਪਲਾਂਟਸ। ਦੇਖੋ ਫਲਾਵਰ ਔਰ ਪਲਾਂਟ ਦੇ ਵਿੱਚ ਆਪਾਂ ਨੂੰ ਕੋਈ ਵੀ ਰਿਲੇਸ਼ਨ ਗਿਵਨ ਨਹੀਂ ਹੈ। ਫਲਾਵਰ ਔਰ ਪਲਾਂਟ ਦੇ ਵਿੱਚ ਆਪਾਂ ਨੂੰ ਕੋਈ ਵੀ ਰਿਲੇਸ਼ਨ ਨਹੀਂ ਪਤਾ, ਇਸ ਕਰਕੇ ਆਪਾਂ ਸੈਕਿੰਡ ਨੂੰ ਕੰਸੀਡਰ ਨਹੀਂ ਕਰਾਂਗੇ। ਸੋ ਓਨਲੀ ਸਟੇਟਮੈਂਟ 1 ਵਿਲ ਫੋਲੋ ਫॉर ਕੁਐਸਚਨ ਨੰਬਰ 284। ਤਾਂ ਇਸ ਕੁਐਸਚਨ ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ A। ਸੋ ਕੁਐਸਚਨ ਨੰਬਰ 284 ਧਿਆਨ ਦੇ ਨਾਲ ਕਰਨਾ ਹੈ। ਵੈਨ ਡਾਇਗਰਾਮ ਨੂੰ ਸਮਝਣਾ ਹੈ। ਵੈਨ ਡਾਇਗਰਾਮ ਜੇਕਰ ਤੁਹਾਨੂੰ ਕਿਤੇ ਕੋਈ ਦਿੱਕਤ ਲੱਗਦੀ ਹੈ ਵੈਨ ਡਾਇਗਰਾਮ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਵੈਨ ਡਾਇਗਰਾਮ ਨੂੰ ਬਣਾਉਣ ਦੇ ਵਿੱਚ ਜਾਂ ਸਮਝਣ ਦੇ ਵਿੱਚ, ਤਾਂ ਤੁਸੀਂ ਉਸਨੂੰ ਜ਼ਰੂਰ ਪੁੱਛਣਾ ਹੈ। ਸੋ ਇਸ ਤਰੀਕੇ ਨਾਲ ਕੁਐਸਚਨ ਨੰਬਰ 284 ਸਟੇਟਮੈਂਟ ਨੰਬਰ 1 ਸਟੇਟਮੈਂਟ 1 ਵਿਲ ਫੋਲੋ, ਸਟੇਟਮੈਂਟ 2 ਵਿਲ ਨਾਟ ਫੋਲੋ, ਤਾਂ ਕੁਐਸਚਨ ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ A। ਗੱਲ ਕਰਦੇ ਹਾਂ ਕੁਐਸਚਨ ਨੰਬਰ 285 ਦੀ। ਸੋ ਕੁਐਸਚਨ ਨੰਬਰ 285 ਤੁਹਾਡੀ ਸਕਰੀਨ ਦੇ ਉੱਤੇ ਡਿਸਪਲੇ ਹੋ ਰਿਹਾ ਹੈ, ਤੁਸੀਂ ਇੱਕ ਵਾਰੀ ਖੁਦ ਵੀ ਟਰਾਈ ਕਰ ਸਕਦੇ ਹੋ। 2 ਕੁਐਸਚਨ ਦੇ ਲਈ ਸਟੇਟਮੈਂਟਸ ਨੇ 285 ਐਂਡ 286।
6 ਦੇ ਲਈ। ਸੋ ਦੋ ਸਟੇਟਮੈਂਟਸ ਨੇ, ਦੋ ਮਤਲਬ ਇੱਥੋਂ ਕੁਐਸਚਨਸ ਬਣਦੇ ਨੇ ਇੱਕ ਕੁਐਸਚਨ ਤੋਂ। ਤਾਂ ਆਪਾਂ ਇਸ ਕੁਐਸਚਨ ਨੂੰ ਬਣਾਉਂਦੇ ਹਾਂ ਹੁਣ। ਸੋ ਗੱਲ ਕਰਦੇ ਹਾਂ ਕੁਐਸਚਨ ਨੰਬਰ 285 ਦੀ। ਸੋ ਸਭ ਤੋਂ ਪਹਿਲਾਂ ਇਸ ਦਾ ਵੈਨ ਡਾਇਗਰਾਮ ਡਰਾ ਕਰ ਲੈਂਦੇ ਹਾਂ। ਸੋ ਵੈਨ ਡਾਇਗਰਾਮ ਇੱਥੋਂ ਆ ਜਾਏਗਾ। ਸਮ ਡੋਰਸ ਆਰ ਹੈਂਡਲ, ਤਾਂ ਕੀ ਕਹਿ ਰਿਹਾ ਹੈ, ਕੁਛ ਡੋਰਸ ਹੈਂਡਲ ਨੇ ਐਂਡ ਆਲ ਹੈਂਡਲਸ ਆਰ ਥ੍ਰੈਡ, ਸਮ ਥ੍ਰੈਡਸ ਆਰ ਵਿੰਡੋਜ਼। ਸੋ ਇੱਕ ਵਾਰੀ ਵੈਨ ਡਾਇਗਰਾਮ ਟਰਾਈ ਕਰ ਲੈਂਦੇ ਹਾਂ, ਉਸ ਤੋਂ ਬਾਅਦ ਬਾਕੀ ਗੱਲਾਂ ਬਾਰੇ ਗੱਲ ਕਰਦੇ ਹਾਂ। ਕਹਿ ਰਿਹਾ ਸਮ ਡੋਰਸ ਆਰ ਹੈਂਡਲ, ਤਾਂ ਕੁਛ ਡੋਰਸ ਨੇ, ਇੱਥੋਂ ਕੁਛ ਡੋਰਸ, ਲੈਟਸ ਸਪੋਜ਼ ਥੀਸ ਆਰ ਡੋਰਸ, ਤਾਂ ਇਹ ਕੀ ਨੇ, ਹੈਂਡਲ ਨੇ। ਸਮ ਡੋਰਸ ਆਰ हैंडल, सम डोर्स आर हैंडल। सो कलर चेंज करके अपना ये बन गया जी सम डोर्स आर हैंडल एंड ऑल हैंडल्स आर थ्रैड, तो सारे के सारे हैंडल की ने, थ्रैड ने। तो एक सर्कल अपना इत्थों बना लिया। ऑल हैंडल्स आर थ्रैड, सम थ्रैड्स आर विंडो, तो कुछ थ्रैड की ने, विंडो ने। तो इत्थों आ गया कुछ थ्रैड्स विंडो। सो एक बार मैं इस वैन डायग्राम थोड़ा जा नेमिंग दे दा ਤਾਂ ਕਿ ਤੁਹਾਨੂੰ ਬਿਲਕੁਲ ਕਲੀਅਰ ਹੋ ਜੇ। ਸਭ ਤੋਂ ਪਹਿਲਾਂ ਆਪਣੇ ਕੋਲ ਡੋਰਸ ਨੇ, ਸਮ ਡੋਰਸ ਆਰ ਹੈਂਡਲ, ਹੈਂਡਲ ਵਾਸਤੇ ਆਪਾਂ ਇਹ ਅੰਦਰ ਵਾਲਾ ਸਰਕਲ ਲੈ ਆਏ ਐਂਡ ਆਲ ਹੈਂਡਲ ਆਰ ਥ੍ਰੈਡ, ਥ੍ਰੈਡ ਦੇ ਲਈ ਇਹ ਬਾਹਰ ਵਾਲਾ ਸਰਕਲ ਲੈ ਆਏ ਤੇ ਸਮ ਥ੍ਰੈਡਸ ਆਰ ਵਿੰਡੋ, ਇਸ ਦੇ ਲਈ ਆਪਾਂ ਇਹ W ਲਿਆ ਹੈ। ਸੋ ਇੱਕ ਵਾਰੀ ਵੈਨ ਡਾਇਗਰਾਮ ਨੂੰ ਕਲੀਅਰਲੀ ਸਮਝ ਲਓ। ਅਗਰ ਤੁਹਾਨੂੰ ਵੈਨ ਡਾਇਗਰਾਮ ਕਲੀਅਰਲੀ ਸਮਝ ਆ ਜਾਂਦਾ ਹੈ ਫਿਰ ਤੁਹਾਨੂੰ ਕੁਐਸਚਨ ਬਾਰੇ ਆਪਾਂ ਡਿਸਕਸ ਕਰਦੇ ਹਾਂ। ਸੋ ਦੈਨ ਆਪਾਂ ਨੂੰ ਕੀ ਕਹਿ ਰਿਹਾ ਕੁਐਸਚਨ ਦੇ ਵਿੱਚ, ਕਨਕਲੂਜਨ ਦੇਖੋ। ਪਹਿਲਾ ਇਹ ਕੁਐਸਚਨ ਨੰਬਰ 285 ਹੋ ਜਾਏਗਾ, ਇਹ ਕੁਐਸਚਨ ਨੰਬਰ 286 ਹੋ ਜਾਏਗਾ। ਸੋ ਪਹਿਲਾ ਕੁਐਸਚਨ ਨੰਬਰ 285 ਦੇਖਦੇ ਹਾਂ। ਕਹਿ ਰਿਹਾ ਸਮ ਡੋਰਸ ਆਰ ਥ੍ਰੈਡਸ, ਤਾਂ ਦੇਖੋ ਡੋਰ ਅਤੇ ਥ੍ਰੈਡ, ਦੇਖੋ ਸਾਰੇ ਦੇ ਸਾਰੇ ਹੈਂਡਲ। ਪਹਿਲਾਂ ਉਹਨੇ ਕੀ ਕਿਹਾ ਕਿ ਕੁਛ ਡੋਰ ਜੋ ਹੈ, ਸਮ ਡੋਰਸ ਆਰ ਹੈਂਡਲ, ਤਾਂ ਮਤਲਬ ਕੁਛ ਹਿੱਸਾ ਜਿਹੜਾ ਇਹ ਵਾਲਾ ਹਿੱਸਾ ਆ ਗਿਆ ਆਪਣਾ ਡੋਰਸ ਐਂਡ ਹੈਂਡਲ ਦੇ ਵਿੱਚ ਕਾਮਨ, ਇਹ ਕੀ ਹੋ ਗਿਆ, ਸਮ ਡੋਰਸ ਆਰ हैंडल। ਤਾਂ हैंडल ਦਾ ਕੁਛ ਡੋਰ ਜਿਹੜੇ ਨੇ ਉਹ हैंडल ਨੇ ਐਂਡ ਸਾਰੇ ਦੇ ਸਾਰੇ हैंडल ਕੀ ਨੇ, ਥ੍ਰੈਡ ਨੇ। ਦੈਟ ਮੀਨਸ ਜਿਹੜੇ ਇਹ ਪਰਟੀਕੂਲਰ ਡੋਰਸ हैंडल ਬਣ ਰਹੇ ਨੇ, ਜਿਹੜੇ ਇਹ ਪਰਟੀਕੂਲਰ ਡੋਰਸ हैंडल ਬਣ ਰਹੇ ਨੇ, ਦੇ ਆਰ ਆਲਸੋ ਥ੍ਰੈਡ। ਸੋ ਦੈਟ ਮੀਨਸ ਸਮ ਡੋਰਸ ਆਰ ਥ੍ਰੈਡ ਸਟੇਟਮੈਂਟ ਬਿਲਕੁਲ ਸਹੀ ਹੋ ਜਾਏਗੀ। ਇੱਕ ਵਾਰੀ ਦੁਬਾਰਾ ਸਮਝ ਲਓ, ਮੈਂ ਦੁਬਾਰਾ ਦੱਸ ਦਿੰਦਾ ਇੱਥੋਂ। ਦੇਖੋ ਸਟੇਟਮੈਂਟ ਦਾ ਆਨਸਰ ਕਿਵੇਂ ਦੇਣਾ ਹੈ। ਕੁਛ ਡੋਰਸ, ਕੁਛ ਕਹਿ ਰਿਹਾ ਹੈ ਸਮ ਡੋਰਸ ਆਰ ਥ੍ਰੈਡ, ਤਾਂ ਕੁਛ ਡੋਰ ਥ੍ਰੈਡ ਨੇ। ਤਾਂ ਦੇਖੋ ਹੈਂਡਲ, ਸਮ ਡੋਰਸ ਆਰ ਹੈਂਡਲ, ਤਾਂ ਕੁਛ ਡੋਰ ਜਿਹੜੇ ਸੀ ਉਹ ਹੈਂਡਲ ਸੀਗੇ ਇੱਥੋਂ ਐਂਡ ਸਾਰੇ ਦੇ ਸਾਰੇ ਹੈਂਡਲ ਕੀ ਹੈ, ਥ੍ਰੈਡ ਹੈ। ਦੈਟ ਮੀਨਸ ਇਹ ਪਰਟੀਕੂਲਰ ਏਰੀਆ, ਇਹ ਪਰਟੀਕੂਲਰ ਡੋਰਸ ਜਿਹੜੇ ਇੱਥੇ ਕਾਮਨ ਆ ਰਹੇ ਨੇ, ਦੇ ਆਰ ਹੈਂਡਲ ਐਂਡ ਦੇ ਆਰ ਥ੍ਰੈਡ ਆਲਸੋ। ਸਾਰੇ ਦੇ ਸਾਰੇ ਹੈਂਡਲ ਜਿਹੜੇ ਨੇ ਉਹ ਥ੍ਰੈਡ ਨੇ। ਦੈਟ ਮੀਨਸ ਸਟੇਟਮੈਂਟ 1 ਕੀ ਹੋ ਜਾਏਗੀ, ਸਹੀ ਹੋ ਜਾਏਗੀ। ਸਟੇਟਮੈਂਟ 2 ਦੀ ਗੱਲ ਕਰਦੇ ਹਾਂ। ਕਹਿ ਰਿਹਾ ਸਮ ਹੈਂਡਲਸ ਆਰ ਵਿੰਡੋਜ਼। ਸੋ ਹੈਂਡਲ ਔਰ ਵਿੰਡੋ ਦੇ ਵਿੱਚ ਦੇਖੋ ਕੋਈ ਕਨੈਕਸ਼ਨ ਫਿਲਹਾਲ ਤਾਂ ਇੱਥੇ ਗਿਵਨ ਨਹੀਂ ਹੈ। ਸੋ ਅਗਰ ਆਪਾਂ ਨੂੰ ਕੋਈ ਕਨੈਕਸ਼ਨ ਗਿਵਨ ਨਹੀਂ ਹੈ ਤਾਂ ਇਹਨਾਂ ਨੂੰ ਕ੍ਰੋਸ ਕਰ ਦਾਂਗੇ, ਠੀਕ ਹੈ ਜੀ। ਸੋ ਵਿੰਡੋ ਔਰ ਹੈਂਡਲ ਦੇ ਵਿੱਚ ਕੋਈ ਆਪਾਂ ਨੂੰ ਰਿਲੇਸ਼ਨ ਗਿਵਨ ਨਹੀਂ ਹੈ। ਸੋ ਪਹਿਲੇ ਕੁਐਸਚਨ ਦਾ, ਕੁਐਸਚਨ ਨੰਬਰ 285 ਦਾ ਆਨਸਰ ਬਣ ਜਾਏਗਾ ਆਪਸ਼ਨ ਨੰਬਰ ਏ, ਓਨਲੀ ਕਨਕਲੂਜਨ 1 ਫੋਲੋਜ਼। ਤਾਂ ਸਿਰਫ ਕਨਕਲੂਜਨ ਨੰਬਰ 1 ਫੋਲੋ ਹੋਏਗਾ, ਕਨਕਲੂਜਨ 2 ਫੋਲੋ ਨਹੀਂ ਹੋਏਗਾ। ਸੋ ਇਸ ਤਰੀਕੇ ਨਾਲ ਇਸ ਕੁਐਸਚਨ ਦਾ ਆਨਸਰ ਬਣਦਾ ਹੈ। ਗੱਲ ਕਰਦੇ ਹਾਂ ਨੈਕਸਟ ਦੀ। ਨੈਕਸਟ ਕੀ ਕਹਿ ਰਿਹਾ ਹੈ, ਤਾਂ ਕੁਛ ਪੋਸੀਬਿਲਿਟੀ ਕੇਸ ਦਾ ਵੀ ਇੱਥੇ ਹੈ। ਕਹਿ ਰਿਹਾ ਹੈ ਆਲ ਹੈਂਡਲਸ ਬੀਇੰਗ ਵਿੰਡੋ, ਆਲ ਹੈਂਡਲਸ ਬੀਇੰਗ ਵਿੰਡੋ ਇਜ਼ ਅ ਪੋਸੀਬਿਲਿਟੀ। ਕਹਿ ਰਿਹਾ ਔਰ ਸਾਰੇ ਦੇ ਸਾਰੇ ਹੈਂਡਲ ਜਿਹੜੇ ਆ ਉਹ ਵਿੰਡੋ ਹੋ ਸਕਦੇ ਨੇ, ਇਹ ਪੋਸੀਬਿਲਿਟੀ ਹੈ ਜਾਂ ਨਹੀਂ। ਸਾਰੇ ਦੇ ਸਾਰੇ ਹੈਂਡਲ ਆਪਾਂ ਨੂੰ ਕਿਹਾ ਕੀ ਗਿਆ ਹੈ ਕਿ ਸਮ ਥ੍ਰੈਡਸ ਆਰ ਵਿੰਡੋਜ਼। ਤਾਂ ਇੱਕ ਕੰਮ ਕਰਦੇ ਹਾਂ, ਇਸ ਵਿੰਡੋ ਨੂੰ ਹਟਾ ਦਿੰਦੇ ਹਾਂ, ਵਿੰਡੋ ਦਾ ਸਰਕਲ ਵੱਡਾ ਕਰ ਦਿੰਦੇ ਹਾਂ ਇੱਥੋਂ। ਵਿੰਡੋ ਦਾ ਸਰਕਲ ਲੈਟਸ ਸਪੋਜ਼, ਇੱਕ ਮਿੰਟ ਜੀ, ਵਿੰਡੋ ਦਾ ਸਰਕਲ ਆਪਾਂ ਵੱਡਾ ਕਰਤਾ ਤੇ ਲੈਟਸ ਸਪੋਜ਼ ਦਿਸ ਇਜ਼ ਦਾ ਸਰਕਲ ਆਫ ਵਿੰਡੋ। ਬਣ ਸਕਦਾ ਹੈ ਵਿੰਡੋ ਦਾ ਸਰਕਲ, ਇਹ ਵੱਡਾ ਸਰਕਲ ਬਣ ਸਕਦਾ ਹੈ ਵਿੰਡੋ ਦਾ ਸਰਕਲ, ਕਿਉਂਕਿ ਪ੍ਰੋਬਲਮ ਤਾਂ ਕਿਤੇ ਵੀ ਨਹੀਂ ਆ ਰਹੀ। ਪ੍ਰੋਬਲਮ ਕਿਉਂ ਆਏਗੀ, ਕੋਈ ਪ੍ਰੋਬਲਮ ਨਹੀਂ ਹੈ ਇੱਥੇ। ਵਿੰਡੋ ਦਾ ਸਰਕਲ ਇਹ ਬਣਾ ਦਿੱਤਾ ਆਪਾਂ, ਥੋੜ੍ਹਾ ਜਿਹਾ ਇਸ ਸਾਈਡ ਕਰ ਲੈਣਾ ਤਾਂ ਕਿ W ਵੀ ਤੁਹਾਨੂੰ ਦਿਖਦਾ ਰਹੇ। ਸੋ ਇਹ ਵਿੰਡੋ ਦਾ ਸਰਕਲ ਬਣਾ ਦਿੱਤਾ ਆਪਾਂ। ਇਸ ਦੇ ਵਿੱਚ ਕੀ ਹੋ ਗਿਆ ਦੇਖੋ, ਸਮ ਡੋਰਸ ਦਾ ਅਗਲਾ ਕੁਐਸਚਨ ਸੀ ਆਲ ਹੈਂਡਲਸ ਬੀਇੰਗ ਵਿੰਡੋ ਇਜ਼ ਅ ਪੋਸੀਬਿਲਿਟੀ। ਤਾਂ ਦੇਖੋ ਬਿਲਕੁਲ ਪੋਸੀਬਿਲਿਟੀ ਹੈ,
कि सारे के सारे विंडो हैंडल जो ने वो विंडो बन जाण। ऑल हैंडल्स बीइंग विंडोज इज़ अ पॉसिबिलिटी। पर इस दे नाल आपां चैक की करना हुंदा है कि स्टेटमेंट नूं जिहड़ियां स्टेटमेंट्स हुंदियां ने गिवन उन्हां नूं कोई इफैक्ट नहीं होना चाहिए। सो वो भी चैक करना है। सर्कल तो आपां बनाता, देखो सम डोर्स आर हैंडल, सम डोर्स आर हैंडल, बिल्कुल पहली स्टेटमेंट में कोई फर्क नहीं पिया। दूसरी ऑल हैंडल्स आर थ्रैड, ऑल हैंडल आर थ्रैड, इनू भी कोई फर्क नहीं पिया, ठीक है। सम थ्रैड्स आर विंडो, सो सारी दी सारी जिहड़े सारे थ्रैड ने वो विंडोज़ ने, तो सम तो होणगे ही। सो बिल्कुल तीनों स्टेटमेंट्स में कोई फर्क नहीं पिया, इस करके ये कंक्लूजन 1 जिहड़ा क्वेश्चन नंबर 286 है इस दे विच ये पॉसिबिलिटी बिल्कुल सही बन जाएगी, ये पॉसिबिलिटी बिल्कुल सही बन जाएगी। अगे गल करते हैं, अगे की कह रहा है, ऑल विंडोज बीइंग डोर, ऑल विंडोज बीइंग डोर इज़ अ पॉसिबिलिटी। तो ये भी एक पूछ रहा है कि सारिया विंडोज जिहड़ियां ने वो डोर हो सकदियां ने। सो इसलिए की करना पएगा, पहले तो विंडो का डायग्राम छोटा करना पएगा। अपन एक काम करते हैं, इसको इरेज कर दें डायग्राम। इस डायग्राम को मैं इतों इरेज करने की सोच रहा, या मैं 1 मिनट वेट करो। हाँ जी, मैं इतने विंडो वाला वही डायग्राम बना रहा हाँ, बट हुणे की कह रहा है, इतों मैं एक विंडो का डायग्राम बना लिया कि सम थ्रैड्स आर विंडो। इतों एक विंडो का डायग्राम ड्रॉ कर लें। सो दिस इज़ द डायग्राम फॉर विंडोज। ये मान लो विंडो का डायग्राम आ गया अपना। हुण अपन की कह रहा है कि ऑल विंडोज बीइंग डोर इज़ अ पॉसिबिलिटी। देखो उन्हें कि स्टार्टिंग किया सम डोर आर हैंडल। तो एक काम करते हैं, इतों डोर वाला सर्कल मैं हटा दिता, मैं डोर वाला सर्कल नवा बना रहा एक, उसनों ध्यान देना देखो, थोड़ा बिल्कुल क्लीयर हो जाएगा। मैं डोर वाला सर्कल बनाना की है, सम डोर्स आर हैंडल। तो डोर और हैंडल के बीच रिलेशन बनाना, तो मैं एक वड्डा सर्कल बना लिया। चलो मैं इसका कलर चेंज करने की कोशिश करदा इतों, ताकि थोड़ा कन्फ्यूजन भी ना हो जाए। तो इतों मैं कलर चेंज करके बना रहा जी, देखो सेम कलर हो गया, कलर चेंज, यस। सो इतों मैं कलर चेंज करके बना रहा, बिल्कुल तुम देख सकते हो। तो ये जो डायग्राम है, जेकर मैं इस डायग्राम इसनों बना ला तो इनू डोर इंडीकेट करना इतों, जो डोर मैं इतने लिखा हुआ है, मैं इस डोर में इतों इंडीकेट कर लिया, ये डोर है मेरे को, ठीक है जी। मान लो हम तो इतों देखो ऑल विंडोज बीइंग डोर, तो सारिया दी सारिया विंडोज डोर बन गई। हुण देखना की है कि तीन स्टेटमेंट्स जिहड़ियां सीगियां आपां नूं स्टार्टिंग दे विच गिवन, उन्हां नूं कोई फर्क नहीं पैना चाहिए इस दे नाल, उन्हां नूं कोई फर्क नहीं पैना चाहिए इस डायग्राम दे नाल। सो चैक करते हैं, सम डोर्स आर हैंडल, कुछ डोर्स हैंडल ने, बिल्कुल जी। ऑल हैंडल्स आर थ्रैड, ऑल हैंडल थ्रैड है, ठीक है जी। सम थ्रैड्स आर विंडो, कुछ थ्रैड्स विंडो ने, बिल्कुल जी। सो तीनों स्टेटमेंट्स एज इट इज़, उन्होंने कोई फर्क नहीं पै रहा। दैट मीनस पॉसिबिलिटी सैकेंड भी सही है, पॉसिबिलिटी फस्ट भी सही है। तो अगर इस क्वेश्चन के दोनों सही ने तो ऑप्शन बन जाएगा ई, बोथ स्टेटमेंट 1 एंड स्टेटमेंट 2 विल फॉलो। तो दोनों स्टेटमेंट्स फॉलो होणगियां, स्टेटमेंट 1 भी तो स्टेटमेंट 2 भी। सो इस तरीके वैन डायग्राम्स नूं तुसीं मॉडिफाई करना है जदों पॉसिबिलिटी का केस पूछा जाता है। सो पॉसिबिलिटी के केस दे विच आपां नूं वैन डायग्राम नूं थोड़ा जिहा मॉडिफाई करना पैंदा है। सो इस तरीके अपने ये भी 2 क्वेश्चन सॉल्व होंदे ने। सो हुण चलदे हैं क्वेश्चन नंबर 287 दे वल। सो आई थिंक आपां 5 क्वेश्चन कीते ने। सो अच्छे तरीके हर क्वेश्चन नूं समझ लेना है। पॉसिबिलिटी के केसिस भी आपां डिस्कस कीते ने, एंड उस तो बिना भी काफ़ी अच्छे क्वेश्चन कहांगा मैं कि इस बुक दे विच काफ़ी अच्छे क्वेश्चन ने। जेकर इस बुक की तुहानूं रिक्वायरमेंट लगती है तो तुसीं मेरे WhatsApp नंबर के उपर दस सकते हो, 8727955300। ये अपना कॉलिंग नंबर है। तो WhatsApp नंबर 8528381649। सो ये अपना WhatsApp नंबर है। एक बार दोबारा सुन लो, 8528381649। सो हुण गल करते हैं नैक्सट क्वेश्चन की। सो नैक्सट क्वेश्चन अपनी स्क्रीन के उत्ते डिस्पले हो रहा, क्वेश्चन नंबर 287। तो एक बार ट्राई भी कर सकते हो तुसीं अपने एंड के उत्ते भी। उस तो बाद आप ट्राई करते हैं। सो मैं रिक्वेस्ट कर रहा जी थोनों कि तुसीं एक बार अपने एंड के उत्ते इस क्वेश्चन को ट्राई करो, फिर आप इस क्वेश्चन को डिस्कस करते हैं।
ਸੋ ਬਿਲਕੁਲ ਜੀ ਸਟਾਰਟ ਕਰਦੇ ਹਾਂ ਕੁਐਸਚਨ ਨੰਬਰ 287। ਸੋ ਕੁਐਸਚਨ ਕਹਿ ਕੀ ਰਿਹਾ ਆਪਾਂ ਨੂੰ, ਕੁਐਸਚਨ ਕਹਿ ਰਿਹਾ ਸਮ ਸਟੇਟਸ ਆਰ ਵਿਲੇजेस, नो ਵਿਲੇਜ ਇਜ਼ ਫੋਰੈਸਟ, ਆਲ ਫੋਰੈਸਟ ਆਰ ਟਾਊਨ। ਤਾਂ ਇੱਥੋਂ ਇੱਕ ਵੈਨ ਡਾਇਗਰਾਮ ਬਣਾਉਂਦੇ ਹਾਂ। ਪਹਿਲਾਂ ਤਾਂ ਵੈਨ ਡਾਇਗਰਾਮ ਦੇ ਵਿੱਚ ਕੀ ਬਣਾਉਂਦੇ ਹਾਂ, ਸਮ ਸਟੇਟਸ ਆਰ ਵਿਲੇजेस, ਪਹਿਲਾਂ ਜਾਂ ਆਲ ਫੋਰੈਸਟ ਆਰ ਟਾਊਨ ਬਣਾ ਲਈਏ। ठीक है, पहला बनाने इतों कह रहा है सम स्टेट्स आर विलेजेस। सो ये बन गई जी अपन स्टेट्स। इस तो बाद कह रहा है सम स्टेट्स आर विलेजेस, तो विलेजेस बन गए ये। नो विलेज इज फॉरेस्ट, विलेज कोई भी की है, फॉरेस्ट नहीं है, फॉरेस्ट आप इत्थे बना लिया। अगे कह रहा ऑल फॉरेस्ट आर टाउन, तो टाउन के लिए सर्कल का कलर चेंज कर देने पहला तो कलर चेंज ओके। सो ये बन गए जी अपने टाउन। हम देखो मैं इत्थे थोड़ी मार्किंग कर ला, मार्किंग के आ जाएगा, पहले तो इत्थे आ जाएगा जी अपना कि ये की है, सम स्टेट्स है, सम स्टेट्स आर विलेजेस, ये कुछ स्टेट्स की ने विलेजेस ने। नो विलेज इज फॉरेस्ट, तो ये अंदर वाला सर्कल आप मान लें फॉरेस्ट का, तो ऑल फॉरेस्ट आर टाउन, टाउन बाहर सीगे, सो टाउन ये हो गया। हुण अगे आपां की कह रहा है, कोई भी विलेज है जिहड़ा वो फॉरेस्ट नहीं है, मतलब विलेज एंड फॉरेस्ट एक दूसरे दे क्रॉस हो गए। सिंपल वैन डायग्राम अपना ये बनेगा, एक बारी चेक कर लैने दोबारा कितने कोई गलती के चांसिस ना हो। कह रहा है सम स्टेट्स आर विलेजेस, कुछ स्टेट्स विलेजेस ने। नो विलेज इज फॉरेस्ट, किसी कोई भी विलेज फॉरेस्ट नहीं है। ऑल फॉरेस्ट आर टाउन, तो जिन्ने भी फॉरेस्ट ने वो सारे की ने टाउन ने। बिल्कुल जी वैन डायग्राम यही बनेगा। हुण गल करते हैं अगे क्वेश्चन नंबर 287 दे 287 की, मतलब ये कनक्लूजन देखते हैं दो, फिर अगले कनक्लूजन 288 देखांगे। सो पहला इस क्वेश्चन को उपर देखते हैं। कह रहा है सम विलेजेस आर डेफिनेटली नॉट टाउन, तो कुछ विलेजेस ने वो डेफिनेटली टाउन नहीं ने। तो कुछ विलेजेस देखो जो सारे के सारे विलेजेस फॉरेस्ट, इतों कुछ विलेजेस बिल्कुल जी बन जाएगा, पहला कंक्लूजन बिल्कुल सही हो जाएगा, क्योंकि कुछ इत्थे एफ की सी फॉरेस्ट, कुछ फॉरेस्ट ने वो टाउन ने, एंड वो फॉरेस्ट की ने विलेजेस नहीं ने। दैट मीनस कुछ टाउन इदा दे ने ਜਿਹੜੇ बिल्कुल विलेजेस नहीं हो सकते। सो सम विलेजेस आर डेफिनेटली नॉट टाउन, या सम टाउनस आर डेफिनेटली नॉट विलेजेस, सेम चीज़ हो जाती है कि कुछ विलेजेस ने वो टाउन नहीं ने, या कुछ टाउन ने ਜਿਹੜੇ विलेजेस नहीं ने, ये सेम स्टेटमेंट्स बन जांदियां ने। सो इत्थों कुछ विलेजेस ਜਿਹੜੇ फॉरेस्ट ने, फॉरेस्ट नहीं ने, वो फॉरेस्ट की ने टाउन। दैट मीनस कुछ विलेजेस डेफिनेटली टाउन नहीं होणगे। ठीक है जी। सो इत्थों ये स्टेटमेंट बिल्कुल सही बन जाती है। गल करते हैं नैक्सट की, कह रहा है सम फॉरेस्ट आर नॉट स्टेट्स, तो कुछ फॉरेस्ट कहता इदा दे ने जिहड़े स्टेट्स नहीं हैं। कुछ विलेजेस स्टेट्स नहीं हैं, कुछ फॉरेस्ट भी होंगे जिहड़े स्टेट्स नहीं होंगे। एक मिनट, सम फॉरेस्ट आर नॉट स्टेट्स, देखो इतों ये तो क्लीयर हो रहा है, सम फॉरेस्ट आर नॉट स्टेट्स, तो कुछ फॉरेस्ट ने कह रहा वो स्टेट्स नहीं हैं। इतों एक कॉमन एरिया है, एक मिनट इस एरिया में लेके चलते हैं। इतों की है कुछ विलेजेस ने जिहड़े फॉरेस्ट नहीं हैं, कुछ विलेजेस है जिहड़े फॉरेस्ट नहीं हैं। तो ये भी कह सकते हैं कि फॉरेस्ट जिहड़े हैं वो कुछ फॉरेस्ट भी इदा दे ने, जां कुछ विलेजेस है जिहड़े फॉरेस्ट नहीं हैं। ठीक है जी, कुछ विलेजेस है जिहड़े फॉरेस्ट नहीं हैं, तो इतों फॉरेस्ट भी जिहड़े होणगे वो विलेजेस नहीं होणगे। ये वाला हिस्सा मतलब विलेजेस तो बिल्कुल ही फॉरेस्ट के नाल कोई लिंक नहीं ना है। दैट मीनस ये हिस्सा जिहड़ा है स्टेट्स का
ਉਹ ਫੋਰੈਸਟ ਨਹੀਂ ਹੋਏਗਾ ਤਾਂ ਸਮ ਫੋਰੈਸਟ ਆਰ ਨਾਟ ਸਟੇਟਸ। ਬਟ ਇੱਥੋਂ ਇਹ ਪ੍ਰੂਵ ਹੋ ਰਿਹਾ ਕਿ ਸਮ ਸਟੇਟਸ ਆਰ ਨਾਟ ਫੋਰੈਸਟ, ਤਾਂ ਸਮ ਫੋਰੈਸਟ ਆਰ ਨਾਟ ਸਟੇਟਸ ਇਹ ਚੀਜ਼ ਨਹੀਂ ਪ੍ਰੂਵ ਹੋ ਰਹੀ, ਕਿਉਂਕਿ ਸਟੇਟਸ ਦਾ ਫੋਰੈਸਟ ਦੇ ਨਾਲ ਕੋਈ ਰਿਲੇਸ਼ਨ ਨਹੀਂ ਹੈ। ਸਮ ਫੋਰੈਸਟ ਆਰ ਨਾਟ ਸਟੇਟਸ, ਤਾਂ ਸਮ ਫੋਰੈਸਟ ਆਰ ਨਾਟ ਸਟੇਟਸ। ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕਿਉਂਕਿ ਦੇਖੋ ਕੁਛ ਸਟੇਟ ਦਾ ਹਿੱਸਾ ਤਾਂ ਹੈ ਜਿਹੜਾ ਫੋਰੈਸਟ ਨਹੀਂ ਹੋਏਗਾ, ਬਟ ਕੁਝ ਫੋਰੈਸਟ ਦਾ ਹਿੱਸਾ ਹੋਏ ਜੋ ਸਟੇਟ ਨਹੀਂ ਹੋਏਗਾ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਇੱਕ ਵਾਰੀ ਇਸ ਕੁਐਸਚਨ ਦਾ ਆਨਸਰ 'ਤੇ ਜ਼ਰੂਰ ਜਾਵਾਂਗੇ। ਸੋ ਕੁਐਸਚਨ ਨੰਬਰ 287 ਦਾ ਆਨਸਰ, क्योंकि इतों स्टेटमेंट 1 तो फॉलो बन रही है बट स्टेटमेंट 2 नहीं फॉलो बन रही। सो 287 क्वेश्चन नंबर 4 287 ਦੇ ਵਿੱਚ पेयरिंग बनाई है, नाइदर 1 नॉर 2। ਸੋ ਬਿਲਕੁਲ ਜੀ ਇੱਥੋਂ ਥੋੜ੍ਹੀ ਜਿਹੀ ਕੰਟਰਡਿਕਸ਼ਨ ਹੋ ਰਹੀ ਆਨਸਰ ਦੇ ਵਿੱਚ। ਮੈਂ ਦੁਬਾਰਾ ਇੱਕ ਵਾਰੀ ਚੈੱਕ ਕਰਦਾ। ਕੁਐਸਚਨ ਨੰਬਰ 287 ਦੀ ਗੱਲ ਕਰ ਰਹੇ ਸੀ, ਸਮ ਵਿਲੇਜਿਸ ਆਰ ਡੈਫੀਨੇਟਲੀ ਨਾਟ ਟਾਊਨ। ਤਾਂ ਕਹਿ ਰਿਹਾ ਹੈ ਕਿ ਸਮ ਵਿਲੇਜਿਸ ਆਰ ਡੈਫੀਨੇਟਲੀ ਨਾਟ ਟਾਊਨ। ਤਾਂ ਕੁਛ ਵਿਲੇਜਿਸ ਇਸ ਤਰ੍ਹਾਂ ਦੇ ਨੇ ਜਿਹੜੇ ਡੈਫੀਨੇਟਲੀ ਟਾਊਨ ਨਹੀਂ ਨੇ। ਬਟ ਸਮ ਵਿਲੇਜਿਸ ਨਹੀਂ ਕਹਿ ਸਕਦੇ ਆਪਾਂ, ਇੱਥੋਂ ਤਾਂ ਆਲ ਵਿਲੇਜਿਸ ਆ ਰਹੇ ਨੇ। ਟਾਊਨ ਔਰ ਵਿਲੇਜ ਦੇ ਵਿੱਚ ਐਕਚੁਅਲੀ ਰਿਲੇਸ਼ਨ ਆਪਾਂ ਨੂੰ ਕੋਈ ਐਗਜ਼ੈਕਟਲੀ ਗਿਵਨ ਨਹੀਂ ਹੈ। ਟਾਊਨ ਔਰ ਵਿਲੇਜ ਦੇ ਵਿੱਚ ਰਿਲੇਸ਼ਨ ਆਪਾਂ ਨੂੰ ਐਗਜ਼ੈਕਟਲੀ ਕੋਈ ਗਿਵਨ ਨਹੀਂ ਹੈ, ਆਪਾਂ ਨੂੰ ਫੋਰੈਸਟ ਦੇ ਨਾਲ ਗਿਵਨ ਹੈ। ਸੋ ਇੱਥੋਂ ਰਿਲੇਸ਼ਨ ਕੀ ਬਣ ਸਕਦਾ ਹੈ, ਸਮ ਟਾਊਨਸ ਆਰ ਡੈਫੀਨੇਟਲੀ ਨਾਟ ਵਿਲੇਜਿਸ। ਤਾਂ ਅਗਰ ਸਮ ਟਾਊਨਸ ਦੀ ਗੱਲ ਕਰਦਾ ਡੈਫੀਨੇਟਲੀ ਨਾਟ ਵਿਲੇਜਿਸ, ਫਿਰ ਤਾਂ ਸਹੀ ਹੁੰਦਾ। ਬਟ ਸਮ ਵਿਲੇਜਿਸ ਆਰ ਡੈਫੀਨੇਟਲੀ ਨਾਟ ਟਾਊਨ, ਤਾਂ ਇਸ ਦੇ ਬਾਰੇ ਆਪਾਂ ਐਗਜ਼ੈਕਟਲੀ ਨਹੀਂ ਕਹਿ ਸਕਦੇ। ਸੋ ਇੱਥੋਂ ਸਮ ਵਿਲੇਜਿਸ ਆਰ ਡੈਫੀਨੇਟਲੀ ਨਾਟ ਟਾਊਨ, ਤਾਂ ਇੱਥੋਂ ਐਗਜ਼ੈਕਟਲੀ ਤਾਂ ਨਹੀਂ ਕਿਹਾ ਜਾ ਸਕਦਾ। ਨੈਕਸਟ ਗੱਲ ਕਰਦੇ ਹਾਂ, ਸਮ ਫੋਰੈਸਟ ਆਰ ਨਾਟ ਸਟੇਟਸ। ਕੁਛ ਫੋਰੈਸਟ ਕਹਿੰਦਾ ਨੇ ਸਮ ਫੋਰੈਸਟ ਆਰ ਨਾਟ ਸਟੇਟਸ। ਤਾਂ ਫੋਰੈਸਟ ਔਰ ਸਟੇਟ ਦੇ ਵਿੱਚ ਵੀ ਕੋਈ ਡਾਇਰੈਕਟ ਰਿਲੇਸ਼ਨ ਤਾਂ ਇੱਥੋਂ ਗਿਵਨ ਨਹੀਂ ਹੈ। ਸਮ ਫੋਰੈਸਟ ਆਰ ਨਾਟ states। The forest and states, some forests are not states। ਤਾਂ ਫੋਰੈਸਟ ਐਂਡ ਸਟੇਟਸ ਦੇ ਵਿੱਚ ਵੀ ਕੋਈ ਰਿਲੇਸ਼ਨ ਐਗਜ਼ੈਕਟ ਗਿਵਨ ਨਹੀਂ ਹੈ, ਬਟ ਇੱਥੋਂ ਇੱਕ ਰਿਲੇਸ਼ਨ ਗਿਵਨ ਸੀ
ਔਰ ਨੋ ਵਿਲੇਜ ਇਜ਼ ਫੋਰੈਸਟ। ਚਲੋ ਆਪਾਂ ਇੱਕ ਵਾਰੀ ਦੁਬਾਰਾ ਇਸ ਕੁਐਸਚਨ ਨੂੰ ਟਰਾਈ ਕਰਦੇ ਹਾਂ, ਫਿਰ ਦੇਖਦੇ ਹਾਂ। ਦੁਬਾਰਾ ਟਰਾਈ ਕਰਦੇ ਹਾਂ। ਵੈਨ ਡਾਇਗਰਾਮ ਕਹਿ ਰਿਹਾ ਹੈ ਸਮ ਸਟੇਟਸ ਆਰ ਵਿਲੇजेस, ਤਾਂ ਇਹ ਬਣ ਗਈ ਜੀ ਆਪਣੀ ਸਟੇਟ। ਸੋ ਸਮ ਸਟੇਟਸ ਆਰ ਵਿਲੇजेस, ਸੋ ਇਹ ਸਟੇਟ ਕੀ ਹੈ, ਵਿਲੇਜ ਹੋ ਗਈ। ਦਿਸ ਇਜ਼ ਸਟੇਟ ਐਂਡ ਦਿਸ ਇਜ਼ ਵਿਲੇਜ। नो विलेज इज़ फॉरेस्ट, ਤਾਂ ਅੱਗੇ ਇੱਕ ਫੋਰੈਸਟ ਹੋ ਗਿਆ। ਫੋਰੈਸਟ ਆਲ ਫੋਰੈਸਟ ਆਰ ਟਾਊਨ, ਤਾਂ ਇਸ ਤੋਂ ਬਾਅਦ ਇੱਕ ਟਾਊਨ ਦਾ ਬਣਾ ਲਿਆ ਆਪਾਂ ਸਰਕਲ। ਇੱਥੋਂ ਆਪਣੇ ਕੋਲ ਇੱਕ ਟਾਊਨ ਦਾ ਸਰਕਲ ਹੋ ਗਿਆ। ਇਸ ਵੈਨ ਡਾਇਗਰਾਮ ਨੇ ਥੋੜ੍ਹੀ ਜਿਹੀ ਕਨਫਿਊਜ਼ਨ ਜ਼ਰੂਰ ਕੀਤੀ ਹੈ। ਸੋ ਵੇਟ ਕਰੋ ਜੀ, ਬਾਕੀ ਇੱਕ ਵਾਰੀ ਤੁਸੀਂ ਵੀ ਆਪਣੇ ਐਂਡ ਦੇ ਉੱਤੇ ਟਰਾਈ ਕਰੋ। ਹੁਣ ਕਹਿ ਕੀ ਰਿਹਾ ਹੈ ਕਿ नो विलेज इज़ फॉरेस्ट, ਇਹ ਵਿਲੇਜ ਹੋ ਗਿਆ ਆਪਣਾ। ਇਹ ਆਪਣਾ ਕੀ ਹੋ ਗਿਆ, ਦਿਸ ਇਜ਼ ਵਿਲੇਜ। ਇਹ ਆਪਣਾ ਵਿਲੇਜ ਹੋ ਗਿਆ, ਇਹ ਆਪਣਾ ਸਟੇਟ ਹੋ ਗਿਆ, ਇਹ ਆਪਣਾ ਫੋਰੈਸਟ ਹੋ ਗਿਆ ਅੰਦਰ। ਆਲ ਫੋਰੈਸਟ ਆਰ ਟਾਊਨ, ਤਾਂ ਇਹ ਟਾਊਨ ਹੋ ਗਿਆ। ਸੋ ਇੱਥੋਂ ਇਹਨਾਂ ਦਾ ਵਿੱਚ ਫੋਰੈਸਟ ਦੇ ਨਾਲ ਕੋਈ ਵੀ ਲਿੰਕ ਵਿਲੇਜ ਦਾ ਨਹੀਂ ਹੈ, ਠੀਕ ਹੈ ਜੀ। ਸੋ ਅੱਗੇ ਕੀ ਕਹਿ ਰਿਹਾ ਹੈ, ਸਮ ਵਿਲੇजेस ਆਰ ਡੈਫੀਨੇਟਲੀ ਨਾਟ ਟਾਊਨ, ਕੁਛ ਵਿਲੇजेस ਨੇ ਕਹਿੰਦਾ ਡੈਫੀਨੇਟਲੀ ਉਹ ਟਾਊਨ ਨਹੀਂ ਨੇ। ਦੇਖੋ ਸਾਰੇ ਦੇ ਸਾਰੇ ਫੋਰੈਸਟ ਕੀ ਨੇ, ਟਾਊਨ। ਤਾਂ ਕੋਈ ਵੀ ਵਿਲੇਜ ਫੋਰੈਸਟ ਨਹੀਂ ਹੈ, ਦੈਟ ਮੀਨਸ ਕੁਛ ਵਿਲੇਜ ਮਤਲਬ ਸਾਰੇ ਦੇ ਸਾਰੇ ਵਿਲੇਜ ਕੀ ਹੈ, ਉਹ ਕੁਛ ਟਾਊਨ ਹੋਣਗੇ ਜਿਹੜੇ ਵਿਲੇਜ ਨਹੀਂ ਹੋਣਗੇ। ਕੁਛ ਟਾਊਨ ਇੱਦਾਂ ਦੇ ਹੋਣਗੇ ਜਿਹੜੇ ਵਿਲੇਜ ਨਹੀਂ ਹੋਣਗੇ, ਤਾਂ ਕੁਛ ਵਿਲੇਜ ਵੀ ਇੱਦਾਂ ਦੇ ਹੋਣਗੇ ਜਿਹੜੇ ਟਾਊਨ ਨਹੀਂ ਹੋਣਗੇ। ਓਬਵੀਅਸਲੀ ਗੱਲ ਹੈ। ਅਗਰ ਆਪਾਂ ਇਸ ਸਟੇਟਮੈਂਟ ਦੀ ਗੱਲ ਕਰੀਏ, ਅਗਰ ਆਪਾਂ ਇਹ ਗੱਲ ਕਹੀਏ ਕਿ ਕੁਛ ਟਾਊਨ ਇਸ ਤਰ੍ਹਾਂ ਦੇ ਨੇ ਜਿਹੜੇ ਵਿਲੇਜ ਨਹੀਂ ਹਨ, ਤਾਂ ਓਬਵੀਅਸ ਜੀ ਗੱਲ ਹੈ ਕਿ ਕੁਛ ਵਿਲੇਜ ਵੀ ਇੱਦਾਂ ਦੇ ਹੋ ਗਏ ਜਿਹੜੇ ਟਾਊਨ ਨਹੀਂ ਹਨ। ਕੁਛ ਟਾਊਨ ਇੱਦਾਂ ਦੇ ਨੇ ਜਿਹੜੇ ਵਿਲੇਜ ਨਹੀਂ ਹਨ। नो विलेज इज़ फॉरेस्ट, ਤਾਂ ਕੁਛ ਵਿਲੇजेस ਵੀ ਹੋ ਗਏ ਜਿਹੜੇ ਮਤਲਬ ਟਾਊਨ ਨਹੀਂ ਹੋਣਗੇ। ਤਾਂ ਇਹ ਤਾਂ ਬਿਲਕੁਲ ਸਹੀ ਬਣੇਗਾ ਜੀ। ਦੇਖੋ ਮੇਰੇ ਖਿਆਲ ਨਾਲ ਤਾਂ ਇਹ ਸਹੀ ਬਣੇਗਾ। ਸਮ ਫੋਰੈਸਟ ਆਰ ਨਾਟ ਸਟੇਟਸ, ਇਹਦੇ ਬਾਰੇ ਦੇਖਦੇ ਹਾਂ। ਸਮ ਫੋਰੈਸਟ ਆਰ ਨਾਟ ਸਟੇਟਸ, ਤਾਂ ਕੁਛ ਫੋਰੈਸਟ ਹੈ ਕਹਿੰਦਾ ਉਹ ਸਟੇਟਸ ਨਹੀਂ ਹਨ। ਸਮ ਫੋਰੈਸਟ ਆਰ ਨਾਟ ਸਟੇਟਸ, ਮੇਰੇ ਅਕੋਰਡਿੰਗ ਤਾਂ ਇਹ ਵੀ ਬਿਲਕੁਲ ਸਹੀ ਬਣ ਰਿਹਾ, ਕਿਉਂਕਿ ਦੇਖੋ ਇੱਥੋਂ ਇਹ ਕਾਮਨ ਏਰੀਆ ਆ ਜਾਏਗਾ ਐਂਡ ਇਹ ਵਿਲੇजेस ਬਣ ਜਾਣਗੇ। ਇਸ ਦਾ ਫੋਰੈਸਟ ਦੇ ਨਾਲ ਕੋਈ ਲਿੰਕ ਨਹੀਂ ਹੈ। ਐਂਡ ਸਮ ਫੋਰੈਸਟ ਆਰ ਨਾਟ ਸਟੇਟਸ, ਤਾਂ ਬਿਲਕੁਲ ਇਹ ਜਿਹੜੀਆਂ ਸਟੇਟਸ ਨੇ ਇਹ ਬਿਲਕੁਲ ਫੋਰੈਸਟ ਨਹੀਂ ਹਨ, ਨਾਟ ਸਟੇਟਸ। ਸਮ ਫੋਰੈਸਟ ਆਰ ਨਾਟ ਸਟੇਟਸ, ਤਾਂ ਕੁਛ ਫੋਰੈਸਟ ਦਾ ਹਿੱਸਾ ਜੋ ਹੈ ਉਹ ਸਟੇਟਸ ਨਹੀਂ ਹੋਏਗਾ। ਓਕੇ ਇਹ ਉਹ ਵਾਲਾ ਕੰਸੈਪਟ ਹੈ। ਚਲੋ ਇਸ ਕੰਸੈਪਟ ਬਾਰੇ ਮੈਂ ਅਗਲੀ ਵਾਰੀ ਦੱਸਾਂਗਾ, ਮੈਨੂੰ ਹੁਣੇ ਯਾਦ ਆਇਆ ਇਸ ਦਾ ਕੰਸੈਪਟ। ਸੋ ਇਸ ਕੁਐਸਚਨ ਨੂੰ ਇੱਥੇ ਫਿਲਹਾਲ ਤੁਹਾਨੂੰ ਕੁਐਸਚਨ ਨੰਬਰ 287 ਐਂਡ 288 ਨੂੰ ਸਕਿਪ ਕਰਨਾ ਪਏਗਾ। ਸੋ ਇਸ ਦਾ ਕੰਸੈਪਟ ਹੁਣੇ ਇੱਕ ਮਾਈਂਡ ਦੇ ਵਿੱਚ ਆਇਆ ਹੈ। ਸ਼ਾਇਦ ਇਹ ਕੁਐਸਚਨ ਉਸ ਕੰਸੈਪਟ ਦੇ ਨਾਲ ਹੋਏਗਾ। ਬਿਲਕੁਲ ਜੀ, ਸ਼ਾਇਦ ਇਹ ਕੁਐਸਚਨ ਉਸ ਕੰਸੈਪਟ ਦੇ ਨਾਲ ਹੋਏਗਾ। ਬਿਲਕੁਲ ਇਸ ਦਾ ਉਹ ਕੰਸੈਪਟ ਲੱਗੇਗਾ। ਠੀਕ ਹੈ। ਸੋ ਇੱਥੇ ਆਨਸਰ ਇਸ ਦਾ ਨਾਈਦਰ 1 ਐਂਡ ਨਾਈਦਰ 2 ਫੋਲੋ ਹੀ ਆਏਗਾ। ਇਸ ਦੇ ਲਈ ਕੰਸੈਪਟ ਕੀ ਆ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਅਤੇ ਇੱਥੋਂ ਹੀ ਸਟਾਰਟ ਕਰਾਂਗੇ ਨੈਕਸਟ ਵੀਡੀਓ। ਸੋ ਕੁਐਸਚਨ ਨੰਬਰ 287 ਐਂਡ ਕੁਐਸਚਨ ਨੰਬਰ 289 ਤੋਂ ਅੱਗੇ ਸ਼ਾਮ ਨੂੰ ਕੰਟੀਨਿਊ ਕਰਾਂਗੇ, ਅਤੇ ਉਹ ਕੰਸੈਪਟ ਦੱਸਾਂਗੇ ਜਿਹੜਾ ਤੁਹਾਨੂੰ ਦੱਸਣਾ ਸੀਗਾ। ਠੀਕ ਹੈ ਜੀ। ਸੋ ਉਸ ਕੰਸੈਪਟ ਦੇ ਬਾਰੇ ਆਪਾਂ ਗੱਲ ਕਰਾਂਗੇ, ਅਤੇ ਬਾਕੀ ਕੱਲ੍ਹ ਦੇਖਦੇ ਹਾਂ। ਸੋ ਠੀਕ ਹੈ ਜੀ, ਬਾਕੀ ਕੱਲ੍ਹ ਦੇਖਾਂਗੇ। ਅਤੇ नो विलेज वाला कंसेप्ट है ना, नो विलेज इज़ द फॉरेस्ट। सो कल बाकी डिस्कस करते हैं इस बारे, नैक्सट वीडियो के अगले क्वेश्चन डिस्कस